इस वीडियो ਨੂੰ देख रहे सारे दर्शकों ਨੂੰ मेरी प्यार भरी सत श्री अकाल। ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਵਰਕ ਕਲਚਰ ਤੇ ਕੁਝ ਹੋਰ ਟੌਪਿਕ ਕਰਾਂਗੇ ਜਿਵੇਂ ਵੈਲਿਊਜ਼ ਐਂਡ ਐਟੀਟਿਊਡ। ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਵੈਲਿਊਜ਼ ਬਾਰੇ। ਵੈਲਿਊਜ਼ ਕੀ ਹੁੰਦੀਆਂ ਨੇ? ਜਿਵੇਂ ਆਪਾਂ ਇੱਥੇ ਆਪਾਂ ਸਕਰੀਨ ਤੇ ਡੈਫੀਨੇਸ਼ਨ ਦੇਖ ਸਕਦੇ ਹਾਂ। ਵੈਲਿਊਜ਼ ਆਰ ਪ੍ਰਿੰਸੀਪਲ ਸਟੈਂਡਰਡਸ ਐਂਡ ਕੁਆਲਿਟੀ ਯੂ ਕੰਸੀਡਰ ਡਿਜ਼ਾਇਰੇਬਲ। ਕਿ ਵੈਲਿਊਜ਼ ਜੋ ਹੁੰਦੇ ਪ੍ਰਿੰਸੀਪਲ ਹੁੰਦੇ ਨੇ, ਕੁਝ ਸਟੈਂਡਰਡਸ ਹੁੰਦੇ ਨੇ ਜਾਂ ਕੁਝ ਆਪਾਂ ਕੁਆਲਿਟੀਜ਼ ਵੀ ਕਹਿ ਸਕਦੇ ਹਾਂ। ਡਿਜ਼ਾਇਰੇਬਲਸ ਹੁੰਦੀ ਹੈ ਕਿ ਆਪਾਂ ਦੇਖਦੇ ਹਾਂ ਕਿ ਇਸ ਪਰਸਨ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਲਿਊਜ਼ ਹੋਣੀਆਂ ਚਾਹੀਦੀਆਂ ਨੇ ਜਿਸ ਤੋਂ ਆਪਾਂ ਉਸ ਪਰਸਨ ਨੂੰ ਆਪਾਂ ਜੱਜ ਕਰਦੇ ਹਾਂ। ਇਹ ਵੈਲਿਊਜ਼ ਹਰ ਇੱਕ ਪਰਸਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ, ਪਰਸਨ ਟੂ ਪਰਸਨ ਡਿਪੈਂਡ ਕਰਦੀਆਂ ਨੇ। ਕਿਸੇ ਪਰਸਨ ਵਿੱਚ ਕਿਸ ਤਰ੍ਹਾਂ ਦੇ ਵੈਲਿਊਜ਼ ਹੁੰਦੀਆਂ ਨੇ, ਕਿਸੇ ਦੇ ਵਿੱਚ ਕਿਸ ਤਰ੍ਹਾਂ ਦੇ ਵੈਲਿਊਜ਼ ਹੁੰਦੀਆਂ। ਪਰ ਆਪਾਂ ਮੋਟੀਵੇਟ ਕਰਦੇ ਹਾਂ ਕਿ ਜਿਹੜੀਆਂ ਚੰਗੀਆਂ ਵੈਲਿਊਜ਼ ਇਹ ਪਰਸਨ ਦੇ ਵਿੱਚ ਉਹ ਹੋਣੀਆਂ ਚਾਹੀਦੀਆਂ ਨੇ। ਆਪਾਂ ਪੜ੍ਹਾਂਗੇ ਕਿ ਚੰਗੀਆਂ ਜਿਹੜੀਆਂ ਵੈਲਿਊਜ਼ ਕਿਹੜੀਆਂ ਵੈਲਿਊਜ਼ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਵੈਲਿਊਜ਼ ਦੀ ਕੀ ਇੰਪੋਰਟੈਂਸ ਹੈ। ਕਿ ਵੈਲਿਊਜ਼ ਕੀ ਕਰਦੀਆਂ ਨੇ, ਆਪਣੀ ਪਰਸਨੈਲਿਟੀ ਨੂੰ ਸ਼ੇਪ ਦਿੰਦੀਆਂ ਨੇ। ਕਿ ਵੈਲਿਊਜ਼ ਤੋਂ ਪਤਾ ਲੱਗਦਾ ਕਿ ਆਪਣੀ ਪਰਸਨੈਲਿਟੀ ਕਿਹੋ ਜਿਹੀ ਹੈ। ਆਪਣੇ ਰਿਲੇਸ਼ਨਸ਼ਿਪ ਬਿਹੇਵੀਅਰ ਬਾਰੇ ਦੱਸਦੀਆਂ ਨੇ, ਪਰਸਨਲ ਆਇਡੈਂਟੀਟੀ ਬਾਰੇ ਪਤਾ ਲੱਗਦਾ ਵੈਲਿਊਜ਼ ਦੇ ਥਰੂ। ਅਤੇ ਇਸ ਤਰ੍ਹਾਂ ਨਾਲ ਆਪਾਂ ਵੈਲਿਊਜ਼ ਨੂੰ ਡਿਸਕਰਾਈਬ ਕਰਦੇ ਹਾਂ। ਅਤੇ ਇਸ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਕਰੀਨ 'ਤੇ 20 ਡਿਫਰੈਂਟ ਤਰ੍ਹਾਂ ਦੀਆਂ ਵੈਲਿਊਜ਼ ਦਿੱਤੀਆਂ ਹੁੰਦੀਆਂ ਨੇ ਕਿ ਉਹ ਵੈਲਿਊਜ਼ ਕੀ ਹੁੰਦੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਫੇਥ ਐਂਡ ਰਿਲੇਸ਼ਨਸ਼ਿਪ ਵਿਦ ਗੋਡ। ਇਹ ਵੀ ਇੱਕ ਤਰ੍ਹਾਂ ਦੀ ਵੈਲਿਊ ਹੈ ਕਿ ਆਪਾਂ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਇੱਕ ਉਹਦੇ ਨਾਲ ਰਿਲੇਸ਼ਨਸ਼ਿਪ ਕ੍ਰੀਏਟ ਕਰ ਰੱਖਦੇ ਹਾਂ। ਡਿਵੋਸ਼ਨ ਟੂ ਫੈਮਿਲੀ, ਆਪਣੇ ਫੈਮਿਲੀ ਦੇ ਪ੍ਰਤੀ ਡਿਵੋਟ ਹੋਣਾ, ਇਹ ਵੀ ਇੱਕ ਵੈਲਿਊ ਹੈ। ਲਵ ਐਂਡ ਕੰਪੈਸ਼ਨ, ਕਿ ਪਿਆਰ ਭਾਵਨਾ ਰੱਖਣਾ, ਇਹ ਵੀ ਇੱਕ ਤਰ੍ਹਾਂ ਦੀ ਵੈਲਿਊ ਹੈ। ਗਿਵਿੰਗ, ਦੇਣਾ, ਜਿਵੇਂ ਆਪਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿਖਾਉਂਦੇ ਹਾਂ ਕਿ ਸ਼ੇਅਰਿੰਗ ਕਰੋ, ਗਿਵਿੰਗ ਕਰੋ, ਇੱਕ ਦੂਜੇ ਨਾਲ ਸ਼ੇਅਰ ਕਰੋ, ਇਹ ਵੀ ਇੱਕ ਵੈਲਿਊ ਹੈ। ਇੰਟੀਗ੍ਰਿਟੀ, ਏਕਤਾ, ਇਹ ਵੀ ਇੱਕ ਤਰ੍ਹਾਂ ਦੀ ਵੈਲਿਊ ਹੈ ਕਿ ਆਪਾਂ ਨੂੰ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ। ਸਿਕਸਥ ਹੈ ਸਿੰਪਲੀਸਿਟੀ, ਆਪਾਂ ਸਿੰਪਲ ਤਰੀਕੇ ਨਾਲ ਜੀਵਨ ਬਤੀਤ ਕਰਦੇ ਹਾਂ, ਇਹ ਵੀ ਵੈਲਿਊ ਦਾ ਇੱਕ ਪਾਰਟ ਹੈ। ਫਨ ਐਂਡ ਯੂਥਫੁਲਨੈਸ, ਹਮੇਸ਼ਾ ਹੱਸਦੇ ਖੇਡਦੇ ਰਹੋ, ਫਨ ਐਂਡ ਯੂਥਫੁਲਨੈਸ ਕਹਿੰਦੇ ਨੇ। ਵਿਜ਼ਡਮ, ਮਤਲਬ ਸਮਝਦਾਰੀ ਨਾਲ ਕੰਮ ਕਰਨਾ, ਵਿਜ਼ਡਮ। ਬੈਲੈਂਸ, ਕਿਸੇ ਵੀ ਚੀਜ਼ ਦੇ ਵਿੱਚ ਬੈਲੈਂਸ ਬਣਾ ਕੇ ਰੱਖਣਾ, ਜਿਵੇਂ ਆਪਾਂ ਵਰਕ ਲਾਈਫ ਦੇ ਵਿੱਚ ਬੈਲੈਂਸ ਬਣਾ ਕੇ ਰੱਖਦੇ ਹਾਂ, ਉਹ ਬੈਲੈਂਸ ਆ ਜਾਂਦਾ। ਕੋਆਪਰੇਸ਼ਨ, ਦੂਸਰੇ ਬੰਦੇ ਨਾਲ ਕੋਆਪਰੇਟ ਕਰਨਾ, ਕਿਸੇ ਵੀ ਤਰ੍ਹਾਂ ਦੇ ਚੀਜ਼ਾਂ ਨਾਲ ਕੋਆਪਰੇਟ ਕਰਨਾ, ਉਹਨੂੰ ਆਪਾਂ ਕੋਆਪਰੇਸ਼ਨ ਦੀ ਇੱਕ ਵੈਲਿਊ ਬਣ ਜਾਂਦੀ ਹੈ। ਹਾਰਡ ਵਰਕ, ਮਿਹਨਤ ਕਰਨਾ। ਬਰੋਡ ਮਾਈਂਡਨੈਸਨੈਸ, ਕਿ ਮਾਈਂਡ ਬਰੋਡ ਹੋਣਾ ਚਾਹੀਦਾ ਹੈ, ਕਿ ਖੁੱਲ੍ਹੇ ਦਿਮਾਗ ਨਾਲ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਨੈਰੋ ਦਿਮਾਗ ਨਾਲ ਨਾ ਸੋਚੋ ਕਿ ਔਰਥੋਡੋਕਸ ਥਿੰਕਿੰਗ ਨਾ ਹੋਵੇ, ਆਪਾਂ ਨੂੰ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹੈ, ਇਹ ਵੀ ਇੱਕ ਵੈਲਿਊ ਹੈ। ਓਨੈਸਟੀ, ਇਮਾਨਦਾਰੀ ਆਪਣੇ ਅੰਦਰ ਹੋਣੀ ਚਾਹੀਦੀ ਹੈ। ਓਨੈਸਟੀ, ਇਮਾਨਦਾਰੀ ਤਾਂ ਆਪਾਂ ਹਰ ਇੱਕ ਗੱਲ ਦੇ ਵਿੱਚ, ਹਰ ਇੱਕ ਵਰਕ ਦੇ ਵਿੱਚ ਵੀ, ਆਪਣੀ ਰੀਅਲ ਲਾਈਫ ਦੇ ਵਿੱਚ ਵੀ, ਜੋ ਵੀ ਇਮਾਨਦਾਰੀ ਦੇ ਨਾਲ ਹਮੇਸ਼ਾ ਆਪਾਂ ਨੂੰ ਕੰਮ ਕਰਨਾ ਚਾਹੀਦਾ ਅਤੇ ਸੱਚ ਬੋਲਣਾ ਚਾਹੀਦਾ ਹੈ। ਗ੍ਰੈਟੀਟਿਊਡ, ਠੀਕ, ਗ੍ਰੈਟੀਟਿਊਡ ਹੋਣਾ ਚਾਹੀਦਾ ਹੈ। ਟੀਮ ਵਰਕ, ਟੀਮ ਦੇ ਵਿੱਚ ਕੰਮ ਕਰਨ ਦੀ ਭਾਵਨਾ ਹੋਣੀ ਚਾਹੀਦੀ, ਟੀਮ ਦੇ ਵਿੱਚ ਕੰਮ ਕਰ ਸਕਦੇ ਹੋ। ਸਿੰਪਥੀ, ਦੂਜਿਆਂ ਦੇ ਨਾਲ ਦਇਆ ਭਾਵਨਾ ਹੋਣੀ ਚਾਹੀਦੀ ਹੈ। ਲੋਇਲਟੀ, ਵਿਸ਼ਵਾਸ ਹੋਣਾ ਚਾਹੀਦਾ ਦੂਸਰਿਆਂ 'ਤੇ, ਠੀਕ ਹੈ, ਆਪ ਵੀ ਲੋਇਲ ਹੋਣਾ ਚਾਹੀਦਾ ਹੈ। ਡੈਡੀਕੇਸ਼ਨ, ਜੋ ਵੀ ਆਪਾਂ ਕੰਮ ਕਰਨਾ ਉਹਨੂੰ ਡੈਡੀਕੇਟਲੀ ਕਰੇ, ਪੂਰੀ ਚੰਗੀ ਤਰੀਕੇ ਨਾਲ ਕਰੇ, ਪੂਰਾ ਮਨ ਲਗਾ ਕੇ ਕਰੇ ਉਹ ਡੈਡੀਕੇਸ਼ਨ। ਸੈਕਰੀਫਾਈਸ, ਜੋ ਲਾਸਟ ਵੈਲਿਊ ਹੈ, ਤਿਆਗ ਦੀ ਭਾਵਨਾ, ਕਿ ਕਿਸੇ ਚੀਜ਼ ਨੂੰ ਆਪਾਂ ਤਿਆਗ ਵੀ ਕਰ ਸਕਦੇ ਹਾਂ ਉਹ, ਇਹ ਸਾਰੀਆਂ ਵੈਲਿਊਜ਼ ਦੇ ਪਾਰਟ ਨੇ। ਜੇ ਪਰਸਨ ਦੇ ਵਿੱਚ ਇਹ ਸਾਰੀਆਂ ਵੈਲਿਊਜ਼ ਹੁੰਦੀਆਂ ਨੇ ਜਾਂ ਕੁਛ ਆਪਾਂ ਨਹੀਂ ਇਹ ਕਹਿੰਦੇ ਕਿ ਸਾਰੀਆਂ ਵੈਲਿਊਜ਼ ਹੋਣਗੀਆਂ ਪਰਸਨ ਦੇ ਵਿੱਚ, ਕੁਛ ਵੀ ਜੋ ਵੈਲਿਊਜ਼ ਹੁੰਦੀ ਹੈ ਉਸ ਦੇ ਨਾਲ ਆਪਾਂ ਉਹਦੀ ਪਰਸਨੈਲਿਟੀ ਆਇਡੈਂਟੀਫਾਈ ਕਰ ਸਕਦੇ ਹਾਂ ਕਿ ਇਹ ਬੰਦਾ ਕਿਹੋ ਜਿਹਾ ਹੈ, ਕਿਸ ਤਰੀਕੇ ਨਾਲ ਕੰਮ ਕਰਦਾ ਹੈ। ਇਹ ਸਾਰੀਆਂ ਵੈਲਿਊਜ਼ ਦੀ ਇੰਪੋਰਟੈਂਸ ਦੇ ਨੇ ਇੱਕ ਤਰ੍ਹਾਂ ਦੀਆਂ। ਹੁਣ ਜੇ ਆਪਾਂ ਰੀਅਲ ਇੰਪੋਰਟੈਂਸ ਦੀ ਗੱਲ ਕਰੀਏ, ਜਿਵੇਂ ਕੁਐਸਚਨ ਵਾਈਜ਼ ਆਪਾਂ ਕਿ ਇੰਪੋਰਟੈਂਸ ਕੀ ਨੇ ਵੈਲਿਊਜ਼ ਦੀਆਂ, ਇਹ ਮੇਨ ਟੋਪਿਕ ਹੈ ਕਿ ਵੈਲਿਊਜ਼ ਦੀ ਇੰਪੋਰਟੈਂਸ। ਕਾਫੀ ਵਾਰ ਪੇਪਰ ਦੇ ਵਿੱਚ ਕੁਐਸਚਨ ਵੀ ਆਉਂਦਾ ਹੈ। ਸਭ ਤੋਂ ਪਹਿਲਾਂ ਆਪਾਂ ਵੈਲਿਊਜ਼ ਹੈਲਪ ਬਰਿੰਗ ਇਨ ਕੋਆਰਡੀਨੇਸ਼ਨ ਅਮੰਗ ਦਾ ਪੀਪਲ। ਵੈਲਿਊਜ਼ ਦੇ ਨਾਲ ਲੋਕਾਂ ਦੇ ਵਿੱਚ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਭਾਵਨਾ ਜਨਰੇਟ ਹੁੰਦੀ ਹੈ, ਕੋਆਰਡੀਨੇਟ ਵਧੀਆ ਢੰਗ ਨਾਲ ਕਰ ਪਾਉਂਦੇ ਨੇ। ਵੈਲਿਊਜ਼ ਇਨਫਲੂਐਂਸ ਦਾ ਬਿਹੇਵੀਅਰ ਐਂਡ ਐਟੀਟਿਊਡ। ਵੈਲਿਊਜ਼ ਜੋ ਵੀ ਆਪਣਾ ਬਿਹੇਵੀਅਰ ਜਾਂ ਐਟੀਟਿਊਡ ਹੁੰਦਾ ਹੈ ਇਹ ਵੈਲਿਊਜ਼ ਦੇ ਨਾਲ ਹੀ ਪ੍ਰਭਾਵਿਤ ਹੁੰਦਾ ਹੈ। ਜਿਹੋ ਜਿਹੀਆਂ ਆਪਣੀਆਂ ਵੈਲਿਊਜ਼ ਹੋਣਗੀਆਂ ਉਹੋ ਜਿਹਾ ਹੀ ਆਪਣਾ ਬਿਹੇਵੀਅਰ ਅਤੇ ਐਟੀਟਿਊਡ ਬਣੂਗਾ। ਵੈਲਿਊਜ਼ ਹੈਲਪ ਇਨ ਪ੍ਰੋਵਾਈਡਿੰਗ ਦਾ ਕੋਡ ਆਫ ਕੰਡਕਟ ਟੂ ਦਾ ਬਿਜ਼ਨਸ। ਇਸ ਦਾ ਮਤਲਬ ਹੈ ਕੋਡ ਆਫ ਕੰਡਕਟ ਦਾ ਮਤਲਬ ਬਿਜ਼ਨਸ ਦੇ ਵਿੱਚ ਕੋਈ ਵੀ ਜਦੋਂ ਆਪਾਂ ਕੰਮ ਕਰ ਰਹੇ ਹਾਂ ਉਹਨਾਂ ਉਸ ਤਰੀਕੇ ਨਾਲ, ਜਿਸ ਤਰੀਕੇ ਨਾਲ ਬਿਜ਼ਨਸ ਚਾਹੁੰਦਾ ਹੈ, ਬਿਜ਼ਨਸ ਦੇ ਵਿੱਚ ਲੋੜ ਹੈ, ਉਸ ਤਰੀਕੇ ਨਾਲ ਆਪਾਂ ਨੂੰ ਕੰਮ ਕਰਨ ਦੀ ਇੱਕ ਸ਼ਮਤਾ ਪ੍ਰੋਵਾਈਡ ਕਰਦੀ ਹੈ ਆਪਣੀ ਵੈਲਿਊਜ਼। ਵੈਲਿਊਜ਼ ਹੈਲਪ ਇੰਪਲਾਈ ਇਨ ਬੈਟਰ ਡਿਸੀਜ਼ਨ ਮੇਕਿੰਗ। ਜਿਵੇਂ ਤੁਹਾਡਾ ਵੈਲਿਊਜ਼ ਹੋਊਗੀ ਉਸ ਹਿਸਾਬ ਨਾਲ ਤੁਸੀਂ ਡਿਸੀਜ਼ਨ ਮੇਕਿੰਗ ਵੀ
ਵਧੀਆ ਕਰ ਸਕਦੇ ਹੋ। ਜੋ ਤੁਹਾਡੇ ਅੰਦਰ ਵਧੀਆ ਭਾਵਨਾਵਾਂ ਹੋਊਗੀ, ਇੰਪਲਾਈਜ਼ ਦੇ ਲਈ ਵਧੀਆ ਢੰਗ ਨਾਲ ਸੋਚਾਂਗੇ ਤਾਂ ਇੰਪਲਾਈਜ਼ ਦੇ ਲਈ ਤੁਸੀਂ ਵਧੀਆ ਡਿਸੀਜਨ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਡਿਸੀਜਨ ਆਪਾਂ ਲਈਏ ਜੋ ਇੰਪਲਾਈਜ਼ ਦੇ ਲਈ ਬੈਨੀਫਿਟ ਉਹਦੇ ਕੰਪਨੀ ਲਈ ਵੀ ਪ੍ਰੋਫਿਟੇਬਲ ਹੋਵੇ। ਅਤੇ ਵੈਲਿਊਜ਼ ਆਰ ਸਟਰਿੰਗ ਮੋਟੀਵੇਟਰ ਫਾਰ ਦਾ ਇੰਪਲਾਈਜ਼। ਵੈਲਿਊਜ਼ ਨਾਲ ਕੀ ਹੈ, ਇੰਪਲਾਈਜ਼ ਦੇ ਵਿੱਚ ਮੋਟੀਵੇਸ਼ਨ ਵੱਧਦੀ ਹੈ ਕਿ ਇੱਕ ਤਰ੍ਹਾਂ ਦੀ ਮੋਟੀਵੇਸ਼ਨ, ਜਿਵੇਂ ਤਿਆਗ ਦੀ ਭਾਵਨਾ ਕੋਈ ਕੁਛ ਉਹਦੇ ਨਾਲ ਹੁੰਦਾ ਹੈ, ਕਿਆ ਉਹ ਮੋਟੀਵੇਸ਼ਨ ਹਮੇਸ਼ਾ ਇੰਪਲਾਈਜ਼ ਦੇ ਵਿੱਚ ਰਹਿੰਦੀ ਹੈ ਜੋ ਉਹਨਾਂ ਦੇ ਵਿੱਚ ਵੈਲਿਊਜ਼ ਰਹਿਣਗੇ। ਵੈਲਿਊਜ਼ ਹੈਲਪ ਔਰਗਨਾਈਜ਼ ਟੂ ਮੇਕ ਇਟਸ ਪੋਲਿਸੀ ਐਂਡ ਰੂਲ। ਉਹ ਵੀ ਜੇ ਆਪਾਂ ਹਾਇਰ ਮੈਨੇਜਮੈਂਟ ਦੀ ਗੱਲ ਕਰਦੇ ਹਾਂ ਕਿ ਵੈਲਿਊਜ਼ ਦੇ ਨਾਲ ਔਰਗਨਾਈਜੇਸ਼ਨ ਜੋ ਵੀ ਪੋਲਿਸੀਜ਼ ਅਤੇ ਰੂਲ ਬਣਾਉਂਦੀ ਹੈ ਉਹ ਹੈਲਪ ਕਰਦੀ ਹੈ ਕਿ ਵਧੀਆ ਤਰੀਕੇ ਦੀਆਂ ਪੋਲਿਸੀਜ਼ ਅਤੇ ਰੂਲਸ ਬਣਨਗੇ। ਫਿਰ ਕਹਿੰਦਾ ਵੈਲਿਊ ਹੈਲਪਸ ਐਂਡ ਅਚੀਵਿੰਗ ਗੋਲ ਐਂਡ ਓਬਜੈਕਟਿਵਸ। ਆਪਾਂ ਨੂੰ ਹੈਲਪ ਕਰਦੀ ਹੈ ਆਪਣੇ ਜਿਹੜੇ ਗੋਲ ਹੁੰਦੇ ਨੇ ਕੰਪਨੀ ਦੇ ਅਤੇ ਓਬਜੈਕਟਿਵਸ ਹੁੰਦੇ ਨੇ ਉਹਨਾਂ ਨੂੰ ਅਚੀਵ ਕਰਨ ਦੇ। ਵੈਲਿਊਜ਼ ਆਰ ਅਸੈਂਸ਼ੀਅਲ ਟੂ ਅੰਡਰਸਟੈਂਡ ਦਾ ਐਟੀਟਿਊਡ। ਕਿਸੇ ਵੀ ਐਟੀਟਿਊਡ ਨੂੰ ਸਮਝਣ ਵਾਸਤੇ, ਕਿਸੇ ਦੇ ਐਟੀਟਿਊਡ ਨੂੰ ਸਮਝਣ ਵੈਲਿਊਜ਼ ਅਸੈਂਸ਼ੀਅਲ ਪਾਰਟ ਹੁੰਦੇ ਆ। ਜਿਵੇਂ ਆਪਾਂ ਪਹਿਲਾਂ ਵੀ ਦੱਸਿਆ ਕਿ ਵੈਲਿਊਜ਼ ਦੇ ਨਾਲ ਹੀ ਆਪਣਾ ਐਟੀਟਿਊਡ ਅਤੇ ਬਿਹੇਵੀਅਰ ਡਿਸਾਈਡ ਹੁੰਦਾ ਹੈ। ਜਿਹੋ ਜਿਹੀਆਂ ਵੈਲਿਊਜ਼ ਹੋਣਗੀਆਂ ਉਹੋ ਜਿਹਾ ਐਟੀਟਿਊਡ ਅਤੇ ਬਿਹੇਵੀਅਰ ਹੋਊ। ਇਸ ਦੇ ਨਾਲ ਹੀ ਆਪਾਂ ਅੰਡਰਸਟੈਂਡ ਵੀ ਐਟੀਟਿਊਡ ਕਰ ਸਕਦੇ ਹਾਂ ਕਿਸੇ ਦਾ, ਜੇ ਉਸ ਵੈਲਿਊਜ਼ ਦੇ ਅਕੋਰਡਿੰਗਲੀ। ਵੈਲਿਊਜ਼ ਅਫੈਕਟ ਡਿਸੀਜ਼ਨ ਸੋਲਿਊਸ਼ਨ ਟੂ ਵੇਰੀਅਸ ਫੇਵਰ। ਵੈਲਿਊਜ਼ ਹਮੇਸ਼ਾ ਅਫੈਕਟ ਕਰਦੀਆਂ ਕਿਸੇ ਵੀ ਚੀਜ਼ ਦਾ ਆਪਾਂ ਡਿਸੀਜਨ ਜਾਂ ਸੋਲਿਊਸ਼ਨ ਲੈਂਦੇ ਹਾਂ ਕਿਸੇ ਪ੍ਰੋਬਲਮ ਦੇ ਉੱਤੇ ਕਿ ਕਿਹੋ ਜਿਹਾ ਡਿਸੀਜਨ ਲਿੱਤਾ ਜਾਊਗਾ ਜਾਂ ਕਿਹੋ ਜਿਹਾ ਸੋਲਿਊਸ਼ਨ ਪ੍ਰੋਵਾਈਡ ਕੀਤਾ। ਜਿਵੇਂ ਕਹਿੰਦੇ ਆਪਾਂ ਇੱਕ ਪ੍ਰੋਬਲਮ ਦੇ ਕੇ ਹਜ਼ਾਰਾਂ ਤਰ੍ਹਾਂ ਦੇ ਸੋਲਿਊਸ਼ਨਸ ਹੁੰਦੇ ਨੇ, ਤਾਂ ਆਪਾਂ ਕਿਸ ਸੋਲਿਊਸ਼ਨ ਵੱਲ ਜਾਂਦੇ ਹਾਂ ਇਹ ਵੈਲਿਊਜ਼ ਨਾਲ ਅਫੈਕਟ ਹੁੰਦਾ ਹੈ। ਇਹ ਸਾਰੀ ਇੰਪੋਰਟੈਂਸ ਵੈਲਿਊਜ਼ ਦੀ ਹੈ। ਜਿਵੇਂ ਤੁਹਾਡੇ ਅੰਦਰ ਵੈਲਿਊਜ਼ ਹੋਣਗੀਆਂ ਉਸ ਤਰ੍ਹਾਂ ਦੀ ਤੁਸੀਂ ਸਾਰੇ ਡਿਸੀਜਨਸ ਲੈ ਸਕਦੇ ਹੋ। ਨੈਕਸਟ ਟੋਪਿਕ ਆਪਣਾ ਐਟੀਟਿਊਡ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਵੈਲਿਊਜ਼ ਅਫੈਕਟ ਕਰਦੀ ਹੈ ਐਟੀਟਿਊਡ ਨੂੰ। ਐਟੀਟਿਊਡ ਐਕਚੁਅਲ 'ਚ ਹੁੰਦਾ ਕੀ ਹੈ, ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ, ਐਟੀਟਿਊਡ ਇਜ਼ ਸਾਈਕੋਲੋਜੀ ਇਜ਼ ਡਿਫਾਈਨਡ ਐਜ਼ ਇਵੈਲੂਏਟਿੰਗ ਸਟੇਟਮੈਂਟ ਔਰ ਜਜਮੈਂਟ ਕੰਸਰਨਿੰਗ ਓਬਜੈਕਟਸ ਪੀਪਲ ਔਰ ਇਵੈਂਟਸ। ਮਤਲਬ ਐਟੀਟਿਊਡ ਇੱਕ ਸਾਈਕੋਲੋਜੀ ਹੈ। ਜੋ ਐਟੀਟਿਊਡ ਨੂੰ ਆਪਾਂ ਵੈਸੇ ਕੋਈ ਫਿਜ਼ੀਕਲ ਚੀਜ਼ ਨਹੀਂ ਕਿ ਆਪਾਂ ਜਿਸ ਨੂੰ ਦੇਖ ਸਕਦੇ ਹਾਂ, ਕੁਛ ਹੈ ਕਿ ਕਿਸੇ ਬੰਦੇ ਦੀ ਸਾਈਕੋਲੋਜੀ ਹੈ ਜਿਸ ਦੇ ਨਾਲ ਉਹ ਸਟੇਟਮੈਂਟਸ ਨੂੰ ਇਵੈਲੂਏਟ ਕਰਦਾ। ਜਿਵੇਂ ਕੋਈ ਆਪਣੀ ਪ੍ਰੋਬਲਮ ਹੈ, ਜਿਸ ਬੰਦੇ ਦਾ ਜਿਸ ਹਿਸਾਬ ਦਾ ਐਟੀਟਿਊਡ ਹੋਊਗਾ ਉਹ ਉਸ ਹਿਸਾਬ ਨਾਲ ਹੀ ਉਹ ਸਟੇਟਮੈਂਟ ਨੂੰ ਇਵੈਲੂਏਟ ਕਰੂਗਾ, ਜੱਜਮੈਂਟ ਕਰੂਗਾ ਉਸ ਚੀਜ਼ ਦੀ। ਅਤੇ ਕਿਸੇ ਵੀ ਪੀਪਲ ਦੀ, ਕਿਸੇ ਦੀ ਇਵੈਂਟ ਦੀ, ਕਿਸੇ ਵੀ ਓਬਜੈਕਟਸ ਦੀ ਜੱਜਮੈਂਟ 'ਤੇ ਉਹ ਉਸ ਐਟੀਟਿਊਡ ਦੇ ਹਿਸਾਬ ਨਾਲ ਕਰੂਗਾ। ਮਤਲਬ ਇੱਕ ਤਰ੍ਹਾਂ ਦੀ ਸਾਈਕੋਲੋਜੀ ਹੈ ਬੰਦੇ ਦੀ ਕਿ ਉਹ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਦੇਖਦਾ। ਇਸ ਤੋਂ ਬਾਅਦ ਜਿਵੇਂ ਆਪਾਂ ਕਿ ਐਟੀਟਿਊਡ 3 ਕੰਪੋਨੈਂਟਸ ਦੇ ਵਿੱਚ ਡਿਵਾਈਡ ਹੁੰਦਾ ਕਿ ਐਟੀਟਿਊਡ ਦਾ ਜੋ ਐਟੀਟਿਊਡ ਆਪਾਂ ਕਹਿੰਦੇ ਹਾਂ ਕਿ ਐਟੀਟਿਊਡ ਕੀ, ਕਿਸੇ ਬੰਦੇ ਦਾ ਐਟੀਟਿਊਡ ਕਿਹੋ ਜਿਹਾ ਹੈ, ਉਹ ਕਿਹੜੀਆਂ ਚੀਜ਼ਾਂ ਨੂੰ ਪ੍ਰਭਾਵਿਤ ਕਰਦੇ ਆ ਜਾਂ ਕਿ ਉਹਦੇ ਕੰਪੋਨੈਂਟ ਕਿਹੜੇ ਨੇ। ਜਿਵੇਂ ਸਭ ਤੋਂ ਪਹਿਲਾਂ ਕੋਗਨੀਟਿਵ ਕੰਪੋਨੈਂਟ। ਕੋਗਨੀਟਿਵ ਦਾ ਮਤਲਬ ਜਿਹੜਾ ਆਪਣਾ ਹਮੇਸ਼ਾ ਓਪੀਨੀਅਨ ਜਾਂ ਬਲੀਫ ਤੋਂ ਹੁੰਦਾ ਹੈ, ਮਤਲਬ ਆਪਣੇ ਮਾਈਂਡ ਤੋਂ ਹੁੰਦਾ ਕੋਗਨੀਟਿਵ ਕੰਪੋਨੈਂਟ। ਜਿਵੇਂ ਆਪਾਂ ਕਹਿੰਦੇ ਕੋਗਨੀਟਿਵ ਥਿੰਕਿੰਗ ਯਾਨੀ ਮਾਈਂਡ ਨਾਲ ਰਿਲੇਟ ਕਰਦੇ ਹਾਂ, ਇਹ ਰੈਸ਼ਨਲ ਚੀਜ਼ ਹੁੰਦੀ ਹੈ। ਇਹਦੀ ਐਗਜ਼ਾਮਪਲ ਜਿਵੇਂ ਕੋਈ ਵੀ ਓਪੀਨੀਅਨ ਜਾਂ ਬਲੀਫ, ਜੋ ਜਿਸ ਤਰ੍ਹਾਂ ਦਾ ਉਹਦਾ ਬਲੀਫ ਹੈ ਉਸ ਦੀ ਦਾ ਐਟੀਟਿਊਡ। ਜੇ ਕਿਸੇ ਦੇ ਅਗੇਂਸਟ ਹੈ ਤਾਂ ਉਹਦਾ ਐਟੀਟਿਊਡ ਦੇ ਅਗੇਂਸਟ ਵਾਲਾ ਬਣੂਗਾ, ਫੇਵਰ ਵਾਲਾ ਤਾਂ ਫੇਵਰ ਵਾਲਾ ਬਣੂਗਾ। ਇਹ ਕੋਗਨੀਟਿਵ ਇੱਕ ਤਰ੍ਹਾਂ ਦਾ ਕੰਪੋਨੈਂਟ ਹੈ ਜਿਹੜਾ ਐਟੀਟਿਊਡ ਨੂੰ ਡਿਸਕ੍ਰਾਈਬ ਕਰਦਾ। ਦੂਸਰਾ ਇਮੋਸ਼ਨਲ ਕੰਪੋਨੈਂਟ, ਜਿਹੜਾ ਆਪਾਂ ਕਹਿੰਦਾ ਜੇ ਕੋਗਨੀਟਿਵ ਆਪਾਂ ਦਿਮਾਗ ਦੀ ਗੱਲ ਕਰਦੇ ਹਾਂ, ਇਮੋਸ਼ਨਲ ਆਪਾਂ ਦਿਲ ਨਾਲ ਰਿਲੇਟ ਕਰਦੇ ਹਾਂ ਕਿ ਫੀਲਿੰਗਸ, ਕਿ ਉਹ ਕਿਸ ਤਰ੍ਹਾਂ ਦਾ ਫੀਲ ਕਰਦਾ ਕਿਸੇ ਚੀਜ਼ ਦੇ ਪ੍ਰਤੀ, ਉਹ ਉਸ ਤਰੀਕੇ ਨਾਲ ਉਸਦਾ ਐਟੀਟਿਊਡ ਬਣੂਗਾ। ਅਤੇ ਤੀਸਰਾ ਆਪਣਾ ਮੋਸਟ ਇੰਪੋਰਟੈਂਟ ਹੈਗਾ ਬਿਹੇਵੀਅਰ ਕੰਪੋਨੈਂਟ, ਕਿ ਬਿਹੇਵ ਕਿਵੇਂ ਕਰਦਾ। ਇਹ ਬਿਹੇਵੀਅਰ ਆਪਣਾ ਵੈਲਿਊਜ਼ ਦੇ ਵਿੱਚ ਆ ਜਾਂਦਾ ਟੂਵਰਡ ਉਹ ਸੈਂਸ ਸਮਥਿੰਗ, ਉਹਨੂੰ ਕਿਵੇਂ ਸੈਂਸ ਕਰਦਾ। ਠੀਕ ਹੈ, ਇਹ ਸਾਰਾ ਆਪਣੀ ਬਿਹੇਵੀਅਰ, ਜਿਵੇਂ ਆਪਾਂ ਪਹਿਲੇ ਹੀ ਹੈ ਕਿ ਐਟੀਟਿਊਡ ਬਿਹੇਵੀਅਰ ਵੈਲਿਊਜ਼ ਅਫੈਕਟ ਕਰਦੀਆਂ ਨੇ। ਜਿਹੋ ਜਿਹੀਆਂ ਤੁਹਾਡੀਆਂ ਵੈਲਿਊਜ਼ ਹੋਣਗੀਆਂ ਉਹੋ ਜਿਹਾ ਤੁਹਾਡਾ ਬਿਹੇਵੀਅਰ ਹੋਊਗਾ, ਉਹੋ ਜਿਹਾ ਹੀ ਤੁਹਾਡਾ ਐਟੀਟਿਊਡ ਹੋਊਗਾ। ਅਤੇ ਮੇਨ ਇਹਦੇ ਵਿੱਚ ਕੰਪੋਨੈਂਟ 3 ਆਪਾਂ ਨੇ ਕੋਗਨੀਟਿਵ, ਇਮੋਸ਼ਨਲ ਅਤੇ ਬਿਹੇਵੀਅਰ 3 ਕੰਪੋਨੈਂਟ ਬਣ ਗਏ, ਜਿਹਨੂੰ ਆਪਾਂ ਦਿਲ, ਦਿਮਾਗ ਅਤੇ ਬਿਹੇਵੀਅਰ ਦਾ ਆਪਾਂ ਕਹਿ ਸਕਦੇ ਹਾਂ। ਹੁਣ ਐਟੀਟਿਊਡ 2 ਤਰ੍ਹਾਂ ਦੇ ਐਟੀਟਿਊਡ ਅਲੱਗ ਤਰੀਕੇ ਨਾਲ ਕੈਟੇਗਰਾਈਜ਼ ਕਰੀਏ ਤਾਂ 2 ਤਰ੍ਹਾਂ ਦੇ ਐਟੀਟਿਊਡ ਨੇ ਕਿ ਪੋਜ਼ੀਟਿਵ ਐਟੀਟਿਊਡ ਵੀ ਹੋ ਸਕਦਾ ਅਤੇ ਨੈਗੇਟਿਵ ਐਟੀਟਿਊਡ ਵੀ ਹੋ ਸਕਦਾ। ਪੋਜ਼ੀਟਿਵ ਕਿ ਉਸ ਚੀਜ਼ ਦੇ ਲਈ ਪੋਜ਼ੀਟਿਵ ਮਤਲਬ ਫੇਵਰੇਬਲ ਹੋਵੇ, ਨੈਗੇਟਿਵ ਉਹਦੇ ਅਗੇਂਸਟ ਹੋਵੇ ਕਿ ਕਿਸੇ ਵੀ ਚੀਜ਼ ਦੇ ਲਈ, ਕਿਸੇ ਪਰਟੀਕੂਲਰ ਚੀਜ਼ ਦੇ ਲਈ ਵੀ ਐਟੀਟਿਊਡ ਡਿਫਰੈਂਟ ਹੋ ਸਕਦਾ। ਅਤੇ ਐਟੀਟਿਊਡ ਬਣਦਾ ਕਿਵੇਂ ਹੈ ਕਿ ਐਟੀਟਿਊਡ ਜੇ ਕਿਵੇਂ ਕਹਿੰਦੇ ਕਿਸੇ ਬੰਦੇ ਦੇ ਵਿੱਚ ਐਟੀਟਿਊਡ ਕ੍ਰੀਏਟ ਹੁੰਦਾ ਕਿ ਉਹ ਆਪਾਂ ਕਹਿੰਦੇ ਹਾਂ ਇਸ 'ਚ ਪੋਜ਼ੀਟਿਵ ਐਟੀਟਿਊਡ ਹੈ, ਇਸ 'ਚ ਨੈਗੇਟਿਵ ਐਟੀਟਿਊਡ ਹੈ, ਜਾਂ ਇਸ 'ਚ ਕਾਫੀ ਜ਼ਿਆਦਾ ਐਟੀਟਿਊਡ ਹੈ ਕਿ ਸਹੀ ਤਰੀਕੇ ਨਾਲ ਗੱਲ ਨਹੀਂ ਕਰਦਾ ਜਾਂ ਇਸ ਹਿਸਾਬ ਨਾਲ ਗੱਲ ਕਰਦਾ। ਇਹ ਕਿਵੇਂ ਪਰਸਨ ਦੇ ਵਿੱਚ ਆਉਂਦਾ
ਸਭ ਤੋਂ ਪਹਿਲਾਂ ਜੋ ਆਪਾਂ ਕਹਿੰਦੇ ਹਾਂ ਹੈਰੀਡਿਟੀ ਦਾ ਆਪਾਂ ਕਹਿੰਦੇ ਹਾਂ ਕਿ ਪੇਰੈਂਟਸ ਦੇ ਵਿੱਚੋਂ, ਕਿ ਹਾਇਰਾਰਕੀ ਦੇ ਥਰੂ ਪੇਰੈਂਟਸ ਦੇ ਵਿੱਚੋਂ ਆਉਂਦਾ। ਜਿਵੇਂ ਪੇਰੈਂਟਸ ਦਾ ਬਿਹੇਵੀਅਰ ਹੁੰਦਾ ਉਹੋ ਜਿਹਾ ਹੀ ਬੱਚੇ ਦਾ ਬਿਹੇਵੀਅਰ ਹੌਲੀ ਹੌਲੀ ਉਹੋ ਜਿਹਾ ਹੀ ਡਿਵੈਲਪ ਹੁੰਦਾ, ਰੋਜ਼ ਦੇਖਦਾ ਇਸ ਤਰੀਕੇ ਨਾਲ ਉਹਦੇ ਵਿੱਚ ਉਸ ਤਰ੍ਹਾਂ ਦਾ ਪੇਰੈਂਟਸ ਵਾਲਾ ਐਟੀਟਿਊਡ ਡਿਵੈਲਪ ਹੋ ਜਾਂਦਾ। ਦੂਸਰਾ ਜਿਹੜਾ ਪੁਆਇੰਟ ਹੈ ਅਪਬ੍ਰਿੰਗਿੰਗ ਮਤਲਬ ਬੱਚਾ ਜਿੱਥੇ ਪਲਿਆ ਉੱਥੇ ਆਸ ਪਾਸ ਦਾ ਇਨਵਾਇਰਮੈਂਟ ਕਿਹੋ ਜਿਹਾ, ਉੱਥੇ ਕਿਹੋ ਜਿਹੇ ਲੋਕ ਨੇ ਆਸੇ ਪਾਸੇ, ਅਤੇ ਉਹਦੇ ਅਪਬ੍ਰਿੰਗਿੰਗ ਦੇ ਹਿਸਾਬ ਨਾਲ ਉਹਦਾ ਐਟੀਟਿਊਡ ਬਣਦਾ। ਜਿਵੇਂ ਸਿੰਪਲ ਐਗਜ਼ਾਮਪਲ ਆਪਾਂ ਦੇਖਦੇ ਹਾਂ ਕਿ ਜੋ ਬੱਚਾ ਆਪਾਂ ਗੁੰਡਾਗਰਦੀ ਦੇ ਵਿੱਚ ਸਪੋਜ਼ ਕਰੋ ਕਿ ਉਹਨਾਂ ਆਸੇ ਪਾਸੇ ਦਾ ਮਾਹੌਲ ਗੁੰਡਾਗਰਦੀ ਵਾਲਾ ਹੈ ਅਤੇ ਆਸੇ ਪਾਸੇ ਮਾਰ ਕੁਟਾਈ ਚੱਲਦੀ ਹੈ, ਤਾਂ ਉਸ ਚੀਜ਼ਾਂ ਉਸ ਨੂੰ ਬਹੁਤ ਅਫੈਕਟ ਕਰਦੀਆਂ ਨੇ, ਤਾਂ ਉਹਦਾ ਐਟੀਟਿਊਡ ਵੀ ਉਸ ਤਰ੍ਹਾਂ ਦੀ ਹੋਊਗਾ ਉਸ ਇਨਵਾਇਰਮੈਂਟ ਦੇ ਹਿਸਾਬ ਨਾਲ ਕਿ ਉਹ ਵੀ ਮਾਰ ਕੁਟਾਈ ਦੇ ਵਿੱਚ ਜ਼ਿਆਦਾ ਇਨਵੋਲਵ ਹੋਊਗਾ, ਜਾਂ ਜ਼ਿਆਦਾ ਮਤਲਬ ਰੋਹਬ ਵਾਲੇ ਤਰੀਕੇ ਨਾਲ ਬੋਲਣਾ, ਕਿਸੇ ਨਾਲ ਗੱਲ ਉਸ ਤਰੀਕੇ ਨਾਲ ਕਰਨੀ, ਇਹ ਸਾਰਾ ਅਪਬ੍ਰਿੰਗਿੰਗ ਦੇ ਉੱਪਰ ਡਿਪੈਂਡ ਕਰਦਾ। ਫਿਰ ਤੀਸਰਾ ਜਿਹੜਾ ਮੋਸਟ ਇੰਪੋਰਟੈਂਟ ਹੈ ਕਿ ਵੈਲਿਊਜ਼, ਜੋ ਆਪਾਂ ਲਗਾਤਾਰ ਵੈਲਿਊਜ਼ ਦੀ ਗੱਲ ਕਰ ਰਹੇ ਹਾਂ ਇਸ ਵੀਡੀਓ ਦੇ ਵਿੱਚ, ਕਿ ਵੈਲਿਊਜ਼ ਜੋ ਹੈਰੀਡਿਟੀ ਅਤੇ ਅਪਬ੍ਰਿੰਗਿੰਗ ਹੈ ਇਹ ਪਰਸਨ ਦੇ ਹੱਥ ਦੇ ਵਿੱਚ ਨਹੀਂ ਹੈ, ਉਹ ਆਲਰੇਡੀ ਹੈਰੀਡਿਟੀ ਪੇਰੈਂਟਸ ਦੇ ਜਿਵੇਂ ਹੈ, ਜਿੱਥੇ ਉਸ ਮਾਹੌਲ 'ਚ ਰਹਿੰਦਾ ਹੈ, ਅਪਬ੍ਰਿੰਗਿੰਗ ਦੇ ਵਿੱਚ ਉਹ ਆਪਦੇ ਇਨਵਾਇਰਮੈਂਟ ਦੇ ਹਿਸਾਬ ਨਾਲ ਰਹਿੰਦਾ। ਪਰ ਵੈਲਿਊਜ਼ ਇੱਕ ਇਹੋ ਜਿਹਾ ਪਾਰਟ ਹੈ ਜਿਹੜੀ ਉਸ ਨੂੰ ਉਹਨਾਂ ਸਭ ਤੋਂ ਅਲੱਗ ਕਰਕੇ ਉਹਦੇ ਅੰਦਰ ਡਿਫਰੈਂਟ ਤਰ੍ਹਾਂ ਦਾ ਐਟੀਟਿਊਡ ਕ੍ਰੀਏਟ ਕਰ ਸਕਦੀ ਹੈ। ਵੈਲਿਊਜ਼ ਜੋ ਉਸ ਤਰ੍ਹਾਂ ਦੀਆਂ ਵੈਲਿਊਜ਼ ਅਪਣਾਊਗਾ ਉਹ, ਅਤੇ ਜੋ ਚੰਗੀਆਂ ਵੈਲਿਊਜ਼ ਅਪਣਾਊਗਾ ਅਤੇ ਉਹਦਾ ਐਟੀਟਿਊਡ ਉਸ ਜਿਹਾ ਬਣੂਗਾ। ਜੇ ਉਹਦੇ ਕੋਲ ਪੋਜ਼ੀਟਿਵ ਐਟੀਟਿਊਡ ਹੋਊਗਾ ਤਾਂ ਹਮੇਸ਼ਾ ਉਹ ਖੁਸ਼ ਰਹੂਗਾ, ਜੇ ਨੈਗੇਟਿਵ ਐਟੀਟਿਊਡ ਹੋਊਗਾ ਤਾਂ ਉਹ ਮਿਜ਼ਰੇਬਲ ਲਾਈਫ ਜਿਊਗਾ। ਪੋਜ਼ੀਟਿਵ ਐਟੀਟਿਊਡ ਅਤੇ ਨੈਗੇਟਿਵ ਐਟੀਟਿਊਡ ਦਾ ਮੇਨ ਡਿਫਰੈਂਸ ਕਿ ਜਿਵੇਂ ਆਪਾਂ ਕਹਿੰਦੇ ਹਾਂ ਕਿ ਜੋ ਪੋਜ਼ੀਟਿਵ ਜੋ ਆਪਾਂ ਵੈਲਿਊਜ਼ ਪੜ੍ਹੀਆਂ ਨੇ ਉਹ ਉਹਨੇ ਆਪਣੀ ਜ਼ਿੰਦਗੀ 'ਚ ਅਪਣਾਈਆਂ ਹੋਣਗੀਆਂ ਤਾਂ ਉਹ ਹਮੇਸ਼ਾ ਹੈਪੀ ਭਰੀ ਲਾਈਫ ਜਿਊਗਾ। ਜੇ ਉਹੀ ਨੈਗੇਟਿਵ ਐਟੀਟਿਊਡ ਵਾਲੀਆਂ ਚੀਜ਼ਾਂ ਅਪਣਾਈਆਂ ਹੋਣਗੀਆਂ, ਮਤਲਬ ਗਲਤ ਵੈਲਿਊਜ਼ ਅਪਣਾਈਆਂ ਹੋਣਗੀਆਂ, ਤਾਂ ਉਹ ਇੱਕ ਟਾਈਮ 'ਤੇ ਆ ਕੇ ਮਿਜ਼ਰੇਬਲ ਲਾਈਫ ਬਤੀਤ ਕਰੂਗਾ। ਇਹ ਸਾਰਾ ਪਾਰਟ ਜਿਵੇਂ ਆਪਾਂ ਐਟੀਟਿਊਡ ਦੇ ਬਾਰੇ ਪੜ੍ਹਿਆ, ਹੁਣ ਆਪਾਂ ਕੁਛ ਫੀਚਰਸ ਪੜ੍ਹ ਸਕਦੇ ਹਾਂ ਕਿ ਐਟੀਟਿਊਡ ਦੇ ਫੀਚਰਸ ਕਿਹੜੇ ਕਿਹੜੇ ਨੇ। ਜੇ ਆਪਾਂ ਕੁਛ ਫੀਚਰਸ ਵਾਲੇ ਕਹੀਏ ਕਿ ਫੀਚਰਸ ਕੀ ਨੇ, ਇਟ ਅਫੈਕਟ ਦਾ ਬਿਹੇਵੀਅਰ ਔਰ ਐਕਸ਼ਨ ਆਫ ਅ ਪੀਪਲ, ਜਿਵੇਂ ਇਹ ਬਿਹੇਵੀਅਰ ਨੂੰ ਅਫੈਕਟ ਕਰਦਾ ਅਤੇ ਉਹਦੇ ਐਕਸ਼ਨ ਨੂੰ ਡਿਫਾਈਨ ਕਰਦਾ ਕਿ ਉਹ ਕਿਹੋ ਜਿਹਾ ਮਤਲਬ ਐਕਸ਼ਨ ਕਰੂਗਾ। ਜਿਵੇਂ ਵੈਲਿਊਜ਼, ਐਟੀਟਿਊਡ ਅਤੇ ਬਿਹੇਵੀਅਰ ਤਿੰਨ ਇੰਟਰ ਰਿਲੇਟਡ ਟਰਮਸ ਨੇ। ਜੋ ਵੈਲਿਊਜ਼ ਦੇ ਨਾਲ ਆਪਣਾ ਐਟੀਟਿਊਡ ਬਣਦਾ, ਐਟੀਟਿਊਡ ਦੇ ਨਾਲ ਆਪਣਾ ਬਿਹੇਵੀਅਰ ਅਫੈਕਟ ਹੁੰਦਾ। ਐਟੀਟਿਊਡ ਪੋਜ਼ੀਟਿਵ ਜਾਂ ਨੈਗੇਟਿਵ ਦੋਨੋਂ ਤਰ੍ਹਾਂ ਦਾ ਹੋ ਸਕਦਾ ਹੈ। ਇਟ ਇਜ਼ ਬੇਸਡ ਔਨ, ਤੀਸਰਾ ਪੁਆਇੰਟ ਹੈ ਜੋ ਇਟ ਇਜ਼ ਬੇਸਡ ਔਨ ਐਕਸਪੈਕਟੇਸ਼ਨਸ ਐਂਡ ਇਜ਼ ਹੈਲਪਫੁਲ ਇਨ ਦਾ ਪਰਸਨੈਲਿਟੀ ਡਿਵੈਲਪਮੈਂਟ ਆਫ ਐਨ ਇੰਡੀਵਿਜੂਅਲ, ਕਿ ਐਕਸਪੈਕਟੇਸ਼ਨ ਬੇਸਡ ਹੋ ਸਕਦਾ ਐਟੀਟਿਊਡ, ਅਤੇ ਹੈਲਪਫੁਲ ਹੁੰਦਾ ਇਹ ਪਰਸਨੈਲਿਟੀ ਡਿਵੈਲਪਮੈਂਟ ਦੇ ਲਈ। ਜੇ ਆਪਾਂ ਕੋਈ ਬੰਦਾ ਆਪਦੀ ਪਰਸਨੈਲਿਟੀ ਡਿਵੈਲਪਮੈਂਟ ਕਰਦਾ ਤਾਂ ਉਸਨੂੰ ਐਟੀਟਿਊਡ ਵੀ ਇੱਕ ਪੋਜ਼ੀਟਿਵ ਐਟੀਟਿਊਡ ਅਪਣਾਉਣਾ ਪਊਗਾ। ਕਿ ਇਟ ਰੈਫਰਸ ਟੂ ਦਾ ਫੀਲਿੰਗ ਆਫ ਇੰਡੀਵਿਜੂਅਲ ਟੂਵਰਡ ਪੀਪਲ, ਓਬਜੈਕਟ ਔਰ ਆਈਡੀਆ। ਠੀਕ ਹੈ, ਇਹ ਫੀਲਿੰਗਸ ਨੂੰ ਰੈਫਰ ਕਰਦਾ ਹੈ ਕਿਸੇ ਪਰਟੀਕੂਲਰ ਪਰਸਨ ਦੇ, ਪੀਪਲਸ, ਓਬਜੈਕਟ ਅਤੇ ਆਈਡੀਆਜ਼ ਨੇ। ਜੇ ਐਟੀਟਿਊਡ ਦੇ ਹਿਸਾਬ ਨਾਲ ਹੀ ਉਹਨਾਂ ਚੀਜ਼ਾਂ ਨੂੰ ਦੇਖਦਾ, ਜਿਵੇਂ ਆਪਾਂ ਪਹਿਲਾਂ ਵੀ ਦੇਖਿਆ ਸੀ ਕਿ ਕਿਸੇ ਪੀਪਲ ਨੂੰ, ਓਬਜੈਕਟ ਨੂੰ ਜਾਂ ਆਈਡੀਆਜ਼ ਨੂੰ ਉਹ ਆਪਦੇ ਐਟੀਟਿਊਡ ਦੇ ਹਿਸਾਬ ਨਾਲ ਹੀ, ਆਪਣੀ ਫੀਲਿੰਗ ਦੇ ਹਿਸਾਬ ਨਾਲ ਹੀ ਦੇਖਦਾ ਹੈ। ਠੀਕ ਹੈ, ਇਹ ਇੱਕ ਤਰ੍ਹਾਂ ਦਾ ਫੀਚਰ ਬਣਦਾ ਹੈ। ਇਟ ਕੈਨ ਬੀ ਇੰਡਾਇਰੈਕਟਲੀ ਓਬਜ਼ਰਵਡ, ਇਹ ਇੰਡਾਇਰੈਕਟਲੀ ਓਬਜ਼ਰਵ ਕੀਤਾ ਜਾ ਸਕਦਾ ਹੈ। ਇਟ ਇਜ਼ ਲਾਈਫ ਟਾਈਮ ਕੰਪੈਰੀਅਨ, ਜਿਹੋ ਜਿਹਾ ਇੱਕ ਵਾਰ ਐਟੀਟਿਊਡ ਆਪਣਾ ਡਿਵੈਲਪ ਹੋ ਗਿਆ ਤਾਂ ਇਹ ਲਾਈਫ ਟਾਈਮ ਆਪਣਾ ਉਹੋ ਜਿਹਾ ਐਟੀਟਿਊਡ ਹੀ ਰਹੂਗਾ। ਹਾਂ, ਇਸ ਨੂੰ ਆਪਾਂ ਚੇਂਜ ਕਰ ਸਕਦੇ ਹਾਂ, ਪਰ ਆਪਾਂ ਨੂੰ ਵੈਲਿਊਜ਼ ਅਪਣਾ ਕੇ ਇੱਕ ਲੌਂਗ ਟਰਮ ਪ੍ਰੋਸੈਸ ਹੈ ਜੇ ਆਪਾਂ ਨੇ ਆਪਣਾ ਐਟੀਟਿਊਡ ਚੇਂਜ ਕਰਨਾ। ਪਰ ਮੋਸਟਲੀ ਕੀ ਰਹਿੰਦਾ, ਜੋ ਆਪਾਂ ਨੇ ਸ਼ੁਰੂ ਤੋਂ ਲਾਈਫ ਟਾਈਮ ਦੇ ਵਿੱਚ ਆਪਾਂ ਕਰ ਰਹੇ ਹਾਂ, ਜਿਹੋ ਜਿਹਾ ਐਟੀਟਿਊਡ ਬਣ ਗਿਆ ਤਾਂ ਉਹ ਮੈਕਸੀਮਮ ਇਹੀ ਕਿਹਾ ਜਾਂਦਾ ਕਿ ਉਹਨੂੰ ਆਪਣੀ ਲਾਈਫ ਟਾਈਮ ਦੇ ਵਿੱਚ ਉਹੋ ਜਿਹਾ ਐਟੀਟਿਊਡ ਰਹੂਗਾ। ਤੀਸਰਾ ਆਪਣਾ ਜਿਹੜਾ ਟੋਪਿਕ ਹੈ ਇਹਦੇ ਨਾਲ ਹੀ ਰਿਲੇਟਡ ਹੈ ਬਿਹੇਵੀਅਰ ਦਾ, ਕਿ ਵੈਲਿਊਜ਼, ਐਟੀਟਿਊਡ ਐਂਡ ਬਿਹੇਵੀਅਰ। ਵੈਲਿਊਜ਼ ਤੋਂ ਆਪਣਾ ਐਟੀਟਿਊਡ ਡਿਫਾਈਨ ਹੁੰਦਾ, ਐਟੀਟਿਊਡ ਤੋਂ ਆਪਣਾ ਬਿਹੇਵੀਅਰ ਡਿਫਾਈਨ ਹੁੰਦਾ। ਬਿਹੇਵੀਅਰ ਜੇ ਆਪਾਂ ਜਦੋਂ ਹੁਣ ਗੱਲ ਕਰਦੇ ਹਾਂ, ਬਿਹੇਵੀਅਰ ਪਰਸਨਸ ਟੂ ਪਰਸਨ ਡਿਪੈਂਡ ਕਰਦਾ ਹੈ, ਅਤੇ ਔਰਗਨਾਈਜੇਸ਼ਨਸ ਬਿਹੇਵੀਅਰ ਇੱਕ ਅਲੱਗ ਤਰ੍ਹਾਂ ਦਾ ਆ ਜਾਂਦਾ ਕਿ ਔਰਗਨਾਈਜੇਸ਼ਨ ਦੇ ਵਿੱਚ ਬੰਦੇ ਦਾ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ। ਅਤੇ ਔਰਗਨਾਈਜੇਸ਼ਨ ਬਿਹੇਵੀਅਰ ਦੀ ਲੋੜ ਕੋਈ, ਜੇ ਆਪਾਂ ਜਿੱਥੇ ਆਪਾਂ ਕਿਸੇ ਔਰਗਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਹਾਂ ਤਾਂ ਉਸ ਔਰਗਨਾਈਜੇਸ਼ਨ ਦੇ ਵਿੱਚ ਆਪਾਂ ਨੂੰ ਉਸ ਤਰੀਕੇ ਦੇ ਹਿਸਾਬ ਨਾਲ ਹੀ ਬਿਹੇਵ ਕਰਨਾ ਪਊਗਾ। ਜੇ ਆਪਾਂ ਉਸ ਤਰੀਕੇ ਦੇ ਹਿਸਾਬ ਨਾਲ ਬਿਹੇਵ ਨਹੀਂ ਕਰਾਂਗੇ ਤਾਂ ਕੰਪਨੀ ਆਪਾਂ ਨੂੰ ਕੱਢ ਵੀ, ਔਰਗਨਾਈਜੇਸ਼ਨ ਆਪਾਂ ਨੂੰ
ਫਾਇਰ ਵੀ ਕਰ ਸਕਦੀ ਹੈ, ਕੱਢ ਸਕਦੀ ਹੈ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਨੂੰ ਬਿਹੇਵੀਅਰ ਉਸ ਤਰੀਕੇ ਨਾਲ ਹੀ ਕਰਨਾ ਪਊ ਜਿਹੋ ਜਿਹੀ ਕੰਪਨੀ ਚਾਹੁੰਦੀ ਹੈ। ਬਿਹੇਵੀਅਰ ਨੂੰ ਦੋ ਕੈਟਾਗਰੀ ਦੇ ਵਿੱਚ ਡਿਵਾਈਡ ਕੀਤਾ ਗਿਆ, ਇੰਡੀਵਿਜੂਅਲ ਬਿਹੇਵੀਅਰ ਅਤੇ ਗਰੁੱਪ ਬਿਹੇਵੀਅਰ ਦੇ ਵਿੱਚ। ਇੰਡੀਵਿਜੂਅਲ ਬਿਹੇਵੀਅਰ ਆਪਾਂ ਜਿਹੜਾ ਕਿਸੇ ਪਰਟੀਕੂਲਰ ਪਰਸਨ ਦਾ ਇੰਡੀਵਿਜੂਅਲ ਹੈ ਕਿ ਆਪ ਦਾ ਬਿਹੇਵੀਅਰ ਹੈ ਕਿ ਆਪ ਕਿਵੇਂ ਬਿਹੇਵ ਕਰਦਾ, ਕਿਵੇਂ ਰਿਐਕਟ ਕਰਦਾ, ਕੀ ਸਿਚੁਏਸ਼ਨ ਦੇ ਵਿੱਚ ਕਿਵੇਂ ਰਿਸਪੌਂਸ ਕਰਦਾ, ਇਸ ਚੀਜ਼ ਨੂੰ ਆਪਾਂ ਇੰਡੀਵਿਜੂਅਲ ਬਿਹੇਵੀਅਰ ਕਹਿੰਦੇ ਨੇ। ਐਵਰੀ ਇੰਡੀਵਿਜੂਅਲ ਹੈਜ਼ ਪਰਟੀਕੂਲਰ ਮੋਟਿਵਸ, ਪਰਸੈਪਸ਼ਨ, ਐਂਬੀਸ਼ਨ ਐਂਡ ਐਬਿਲਿਟੀਜ਼। ਜਦੋਂ ਆਪਾਂ ਬਿਹੇਵੀਅਰ ਦੀ ਕਰਦੇ ਹਾਂ, ਹਰੇਕ ਇੰਡੀਵਿਜੂਅਲ ਦੇ ਵਿੱਚ ਪਰਟੀਕੂਲਰ ਮੋਟਿਵਸ ਹੁੰਦੇ ਨੇ। ਠੀਕ ਹੈ, ਉਹਦੀ ਆਪਦੀ ਪਰਸੈਪਸ਼ਨ ਹੁੰਦੀ ਆ ਕਿ ਕਿਸ ਹਿਸਾਬ ਨੂੰ ਕਿਸ ਥਿੰਕਿੰਗ ਕਿਵੇਂ ਸੋਚਦਾ ਹੈ, ਆਪਦੀਆਂ ਐਂਬੀਸ਼ਨਸ ਹੁੰਦੀਆਂ ਨੇ, ਆਪਦੀ ਐਬਿਲਿਟੀਜ਼ ਹੁੰਦੀ ਹੈ, ਅਤੇ ਇਸ ਦੇ ਹਿਸਾਬ ਨਾਲ ਹੀ ਇਹ ਬਿਹੇਵੀਅਰ ਉਹਦਾ ਬਣਦਾ ਹੈ। ਅਤੇ ਜੇ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਫੈਕਟਰ ਅਫੈਕਟ ਕਰਦੇ ਨੇ ਹੁਣ ਬਿਹੇਵੀਅਰ ਨੂੰ, ਜਦੋਂ ਕਿਸੇ ਇੰਡੀਵਿਜੂਅਲ ਦਾ ਬਿਹੇਵੀਅਰ ਬਣਦਾ ਤਾਂ ਉਹ ਕੁਛ ਫੈਕਟਰਸ ਹੁੰਦੇ ਨੇ ਜਿਹਦੇ ਨਾਲ ਉਸ ਤਰੀਕੇ ਦਾ ਉਸ ਬੰਦੇ ਦਾ ਬਿਹੇਵੀਅਰ ਬਣਦਾ। ਤਾਂ ਕਿਹੜੇ ਕਿਹੜੇ ਫੈਕਟਰ ਨੇ ਜਿਹੜੇ ਇੰਡੀਵਿਜੂਅਲੀ ਅਫੈਕਟ ਕਰਦੇ ਨੇ ਕਿਸੇ ਦੇ ਬਿਹੇਵੀਅਰ ਨੂੰ, ਇਹ ਤੁਸੀਂ ਇੱਕ ਚਾਰਟ ਦੇਖ ਸਕਦੇ ਹੋ। ਫੈਕਟਰ ਅਫੈਕਟਿੰਗ ਇੰਡੀਵਿਜੂਅਲ ਬਿਹੇਵੀਅਰ। ਫੈਕਟਰ ਅਫੈਕਟਿੰਗ ਇੰਡੀਵਿਜੂਅਲ ਬਿਹੇਵੀਅਰ ਦੇ ਵਿੱਚ ਸਭ ਤੋਂ ਪਹਿਲਾ ਫੈਕਟਰ ਹੈ ਪਰਸਨਲ ਫੈਕਟਰ, ਫਿਰ ਆਪਣਾ ਹੈਗਾ ਇਨਵਾਇਰਮੈਂਟਲ ਫੈਕਟਰ, ਫਿਰ ਹੈਗਾ ਆਪਣਾ ਔਰਗਨਾਈਜੇਸ਼ਨ। 3 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ ਇੰਡੀਵਿਜੂਅਲ ਬਿਹੇਵੀਅਰ ਨੂੰ। ਪਰਸਨਲ ਫੈਕਟਰ ਕਿਹੜੇ ਹੈ ਜਿਹੜੇ ਤੁਸੀਂ ਪਰਸਨਲੀ ਡਿਫਾਈਨ ਕਰਦੇ ਨੇ, ਉਹਦੇ ਵਿੱਚ ਕੀ ਹੈ, ਫਿਜ਼ੀਕਲ ਕਰੈਕਟਰਿਸਟਿਕ ਆ ਜਾਂਦੀ ਹੈ, ਪਰਸਨੈਲਿਟੀ ਆ ਜਾਂਦੀ ਹੈ, ਐਟੀਟਿਊਡ ਆ ਜਾਂਦਾ, ਵੈਲਿਊਜ਼ ਆ ਜਾਂਦੀ ਹੈ, ਇੰਟੈਲੀਜੈਂਸ ਆ ਜਾਂਦੀ ਹੈ। ਇਹ ਤੁਹਾਡੀ ਆਪਦੀ ਪਰਸਨਲ ਚੀਜ਼ਾਂ ਨੇ, ਜਿਵੇਂ ਆਪਦੀ ਤੁਹਾਡੀ ਫਿਜ਼ੀਕਲ ਕਰੈਕਟਰਿਸਟਿਕ, ਤੁਹਾਡੀ ਫਿਜ਼ੀਕਲ ਬਣਤਰ ਕਿਹੋ ਜਿਹੀ ਹੈ, ਸਰੀਰ ਸਟਰਕਚਰ ਕਿਹੋ ਜਿਹੀ ਹੈ, ਲੰਬਾ ਚੌੜਾ ਆਦਮੀ ਆ ਉਹਦਾ ਐਟੀਟਿਊਡ ਉਹੋ ਜਿਹਾ ਹੋ ਜਾਂਦਾ, ਉਹਦਾ ਬਿਹੇਵੀਅਰ ਉਸ ਹਿਸਾਬ ਦਾ ਹੋ ਜਾਂਦਾ। ਫਿਰ ਪਰਸਨੈਲਿਟੀ, ਇਹ ਵੀ ਇੱਕ ਫਿਜ਼ੀਕਲੀ ਹੈ, ਪਰਸਨੈਲਿਟੀ ਕਿਵੇਂ ਡਿਵੈਲਪ ਹੈ। ਫਿਰ ਆਪਣਾ ਐਟੀਟਿਊਡ ਅਤੇ ਵੈਲਿਊਜ਼ ਜਿਹੜੀਆਂ ਆਪਾਂ ਨੇ ਆਪ ਗੇਨ ਕੀਤੀਆਂ ਹੋਈਆਂ ਨੇ ਕਿਸੇ ਇੰਡੀਵਿਜੂਅਲ ਪਰਸਨ ਨੇ, ਉਹਦੀ ਇੰਟੈਲੀਜੈਂਸ, ਇਹ ਆਪਦੀਆਂ ਸਾਰੀਆਂ ਪਰਸਨਲ ਫੈਕਟਰ ਦੇ ਵਿੱਚ ਆ ਜਾਂਦੀਆਂ ਨੇ ਚੀਜ਼ਾਂ। ਦੂਸਰਾ ਹੈਗਾ ਆਪਣਾ ਇਨਵਾਇਰਮੈਂਟਲ ਫੈਕਟਰ। ਇਨਵਾਇਰਮੈਂਟਲ ਫੈਕਟਰ ਦੇ ਵਿੱਚ ਜਿਹੜਾ ਆਸੇ ਪਾਸੇ ਵਾਲਾ ਜਿਹੜਾ ਇਨਵਾਇਰਮੈਂਟ ਉਹ ਕਿਹੜੇ ਕਿਹੜੇ ਫੈਕਟਰ ਨੇ, ਜਿਵੇਂ ਇਕਨੋਮਿਕ ਫੈਕਟਰ ਕਿ ਆਸੇ ਪਾਸੇ ਇਕਨੋਮਿਕ ਕੰਡੀਸ਼ਨ ਕਿਹੋ ਜਿਹੀ ਹੈ, ਗਰੀਬੀ ਹੈ, ਪੋਸ਼ ਏਰੀਆ ਹੈ, ਕਿਹੋ ਜਿਹਾ ਕਿੱਥੇ ਕਿਸੇ ਥਾਂ 'ਤੇ ਰਹਿ ਰਿਹਾ ਬੰਦਾ, ਉਹ ਚੀਜ਼ਾਂ ਆ ਜਾਂਦੀਆਂ ਨੇ। ਦੂਸਰਾ ਸੋਸ਼ਲ ਕਲਚਰ, ਕਿ ਕਲਚਰ ਕਿਹੋ ਜਿਹਾ ਉੱਥੋਂ ਦਾ, ਜਿਵੇਂ ਆਪਾਂ ਕਹਿੰਦੇ ਹਾਂ ਆਪਣੇ ਇੰਡੀਆ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਕਲਚਰ ਨੇ, ਹਰੇਕ ਥਾਂ 'ਤੇ ਅਲੱਗ ਅਲੱਗ ਤਰ੍ਹਾਂ ਦਾ ਕਲਚਰ ਹੈ, ਉਹੋ ਜਿਹੇ ਉਸ ਕਲਚਰ ਦੇ ਹਿਸਾਬ ਨਾਲ ਉਹਦਾ ਉਹ ਬਿਹੇਵੀਅਰ ਇਫੈਕਟ ਹੁੰਦਾ। ਫਿਰ ਲੀਗਲ ਇਨਵਾਇਰਮੈਂਟ, ਉਹ ਦੇਸ਼ ਦੇ ਲੀਗਲ ਇਨਵਾਇਰਮੈਂਟ ਨਾਲ ਵੀ ਇਫੈਕਟ ਕਰਦਾ। ਇਹ ਜੇ ਆਪਾਂ ਐਗਜ਼ਾਮਪਲ ਸਿੰਪਲ ਇਹ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਬਿਹੇਵੀਅਰ ਬੰਦੇ ਦਾ ਹੁੰਦਾ, ਅਤੇ ਉੱਥੋਂ ਦਾ ਲੀਗਲ ਇਨਵਾਇਰਮੈਂਟ ਕਿਹੋ ਜਿਹਾ, ਕਿਵੇਂ ਉਹਨੂੰ ਇਨਸਾਫ ਮਿਲਦਾ, ਕਿਸ ਤਰੀਕੇ ਨਾਲ ਉਹ ਖੁਸ਼ ਹੈਗਾ ਕਿ ਉਹਨਾਂ ਚੀਜ਼ਾਂ ਤੋਂ ਨਹੀਂ ਹੈਗਾ, ਇਹ ਸਾਰੀਆਂ ਚੀਜ਼ਾਂ ਇਫੈਕਟ ਕਰਦੀਆਂ ਨੇ ਆਪਾਂ ਨੂੰ ਲੀਗਲ ਇਨਵਾਇਰਮੈਂਟਲ ਦੇ ਨਾਲ। ਫਿਰ ਆਪਣਾ ਆ ਜਾਂਦਾ ਔਰਗਨਾਈਜੇਸ਼ਨ ਫੈਕਟਰ। ਇਹਦੇ ਵਿੱਚ ਕੀ ਹੈ, ਜੇ ਔਰਗਨਾਈਜੇਸ਼ਨ ਦੇ ਰਿਗਾਰਡਿੰਗ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਔਰਗਨਾਈਜੇਸ਼ਨ ਦੇ ਵਿੱਚ ਉਹਦਾ ਕਿਹੋ ਜਿਹਾ ਬਿਹੇਵੀਅਰ ਹੋਊਗਾ। ਔਰਗਨਾਈਜੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਕਿ ਫਿਜ਼ੀਕਲ ਫੈਸਿਲਿਟੀਜ਼ ਕਿਹੋ ਜਿਹੀਆਂ ਨੇ, ਕਿ ਜੋ ਆਪਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰ ਰਹੀ ਹੈ ਔਰਗਨਾਈਜੇਸ਼ਨ ਕਿਹੋ ਜਿਹੇ ਨੇ, ਚੰਗੀਆਂ ਨੇ, ਮਾੜੇ ਹਾਲਾਤ ਨੇ, ਅਤੇ ਇਹ ਸਾਰੀਆਂ ਫਿਜ਼ੀਕਲ ਫੈਸਿਲਿਟੀਜ਼ ਦੇ ਵਿੱਚ ਜਿਹੜੀਆਂ ਅਵੇਲੇਬਲ ਆਪਾਂ ਨੂੰ ਪ੍ਰੋਵਾਈਡ ਕਰਦੀ ਹੈ ਔਰਗਨਾਈਜੇਸ਼ਨ, ਉਹਦੇ ਨਾਲ ਡਿਵਾਈਡ ਕਰਦਾ। ਫਿਰ ਲੀਡਰਸ਼ਿਪ ਕਿਹੋ ਜਿਹੀ ਹੈ, ਜਿਹਦੇ ਅੰਡਰ ਤੁਸੀਂ ਕੰਮ ਕਰ ਰਹੇ, ਕੋਈ ਇੰਡੀਵਿਜੂਅਲ ਕੋਈ ਇੰਪਲਾਈ ਕੰਮ ਕਰ ਰਿਹਾ, ਉਹ ਜੋ ਉਸ ਦਾ ਲੀਡਰ ਹੈ ਉਹ ਲੀਡਰਸ਼ਿਪ ਕਿਹੋ ਜਿਹੀ ਕਰਦਾ, ਕਿ ਟਫ ਹੈ, ਲੀਨੀਅੰਟ ਹੈ, ਉਹਦੇ ਹਿਸਾਬ ਨਾਲ ਵੀ ਫੈਕਟਰ ਇਹ ਇੰਡੀਵਿਜੂਅਲ ਬਿਹੇਵੀਅਰ 'ਤੇ ਅਫੈਕਟ ਕਰਦਾ। ਫਿਰ ਔਰਗਨਾਈਜੇਸ਼ਨ ਸਟਰਕਚਰ, ਕਿ ਔਰਗਨਾਈਜੇਸ਼ਨ ਦੀ ਸਟਰਕਚਰ ਕਿਹੋ ਜਿਹੀ ਹੈ, ਇਹ ਵੀ ਇੱਕ ਬਿਹੇਵੀਅਰ ਨੂੰ ਇਫੈਕਟ ਕਰਦਾ। ਫਿਰ ਰਿਵਾਰਡ ਸਿਸਟਮ, ਕਿ ਐਪਰੀਸ਼ੀਏਸ਼ਨ ਕਿਸ ਤਰ੍ਹਾਂ ਦੀ ਮਿਲਦੀ ਹੈ, ਕਿ ਉਹਨੂੰ ਐਪਰੀਸ਼ੀਏਸ਼ਨ ਮਿਲਦੀ ਵੀ ਹੈ ਕਿ ਨਹੀਂ ਮਿਲਦੀ ਹੈ, ਕੋਈ ਉਸਨੂੰ ਕੰਮ ਕਰਨ ਦੇ ਜ਼ਿਆਦਾ ਬੈਨੀਫਿਟ ਹੁੰਦੇ ਵੀ ਕਿ ਨਹੀਂ ਮਿਲਦੇ, ਉਸ ਦੇ ਹਿਸਾਬ ਨਾਲ ਵੀ ਉਹਦਾ ਬਿਹੇਵੀਅਰ ਡਿਸਾਈਡ ਹੁੰਦਾ ਹੈ ਕਿ ਬੰਦਾ ਕਿਸ ਤਰੀਕੇ ਨਾਲ ਕੰਮ ਕਰ ਦੂਗਾ। ਇਹ ਸਾਰੇ ਕੁਛ ਫੈਕਟਰ ਨੇ ਜੋ ਇੰਡੀਵਿਜੂਅਲ ਬਿਹੇਵੀਅਰ ਨੂੰ ਅਫੈਕਟ ਕਰਦੇ ਨੇ। ਫਿਰ ਦੂਸਰਾ ਜੋ ਆਪਣਾ ਆ ਜਾਂਦਾ ਕੈਟੇਗਰੀ ਬਿਹੇਵੀਅਰ ਦੀ, ਗਰੁੱਪ ਬਿਹੇਵੀਅਰ ਦੀ। ਹੁਣ ਜੋ ਆਪਾਂ ਤੱਕ ਪੜ੍ਹੀ ਸੀ ਉਹ ਇੰਡੀਵਿਜੂਅਲ ਬਿਹੇਵੀਅਰ ਸੀ, ਅਤੇ ਦੂਸਰੀ ਹੁੰਦੀ ਹੈ ਗਰੁੱਪ ਬਿਹੇਵੀਅਰ। ਇੰਡੀਵਿਜੂਅਲ ਬਿਹੇਵੀਅਰ ਦੇ ਆਪਾਂ ਫੈਕਟਰ ਆਲਰੇਡੀ ਪੜ੍ਹ ਚੁੱਕੇ ਹਾਂ। ਹੁਣ ਗਰੁੱਪ ਬਿਹੇਵੀਅਰ ਕੀ ਹੁੰਦਾ, ਗਰੁੱਪ ਬਿਹੇਵੀਅਰ ਦੇ ਵਿੱਚ ਗਰੁੱਪ ਦੇ ਵਿੱਚ ਕਿਵੇਂ ਬਿਹੇਵ ਕਰਦਾ ਬੰਦਾ। ਜਦੋਂ ਆਪਾਂ ਗਰੁੱਪ ਦੀ ਕਰਦੇ ਹਾਂ, ਇਹਦੇ ਵਿੱਚ ਵੀ ਟਾਈਪਸ ਆਫ ਗਰੁੱਪ ਆ ਜਾਂਦੇ ਨੇ। 2 ਤਰ੍ਹਾਂ ਦੇ ਗਰੁੱਪ ਬਣਾਏ ਗਏ ਨੇ, ਪਹਿਲਾ ਫੋਰਮਲ ਗਰੁੱਪ, ਦੂਸਰਾ ਇਨਫੋਰਮਲ ਗਰੁੱਪ। ਫੋਰਮਲ ਗਰੁੱਪ ਦੇ ਵਿੱਚ ਜਿੱਥੇ ਫੋਰਮੈਲਿਟੀਜ਼ ਹੁੰਦੀਆਂ ਨੇ, ਕਿ ਗਰੁੱਪ ਫੋਰਮਡ ਔਰਗਨਾਈਜੇਸ਼ਨ ਦੁਆਰਾ ਕ੍ਰੀਏਟ ਕੀਤਾ ਜਾਂਦਾ ਹੈ, ਅਤੇ ਉਹ ਸਾਰੇ ਇਕੱਠੇ ਮਿਲ ਕੇ ਇੱਕ ਐਕਟੀਵਿਟੀਜ਼ 'ਤੇ ਕੰਮ ਕਰਦੇ ਨੇ, ਜੋ ਵੀ ਐਕਟੀਵਿਟੀਜ਼ ਟਾਸਕ ਕਰਦੇ ਨੇ। ਠੀਕ ਹੈ, ਉਹ ਫੋਰਮਲ ਗਰੁੱਪਸ 'ਤੇ। ਜੇ ਫੋਰਮਲ ਗਰੁੱਪ ਨੂੰ ਆਪਾਂ ਕੈਟੇਗਰਾਈਜ਼ ਕੀਤੇ ਜਾਏਗੀ, ਜੇ ਆਪਾਂ ਐਗਜ਼ਾਮਪਲਸ ਦੇਖੀਏ ਫੋਰਮਲ ਗਰੁੱਪ ਦੀਆਂ,
ਇੱਕ ਤਰ੍ਹਾਂ ਦੀਆਂ। ਉਹ ਇੱਕ ਹੁੰਦੀ ਹੈ ਜਿਵੇਂ ਕਮਾਂਡ ਗਰੁੱਪ ਅਤੇ ਟਾਸਕ ਗਰੁੱਪ। ਕਮਾਂਡ ਗਰੁੱਪ ਦੇ ਵਿੱਚ ਕੀ ਹੁੰਦਾ ਕਿ ਇੱਕ ਗਰੁੱਪ ਫੋਰਮ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਕਮਾਂਡਸ ਦਿੱਤੇ ਜਾਂਦੇ ਕਿ ਇਹ ਕਮਾਂਡ ਹੈ ਕਿ ਤੁਸੀਂ ਇਹ ਕੰਮ ਐਵੇਂ ਕਰਨਾ ਹੈ, ਅਤੇ ਉਸ ਕਮਾਂਡ ਦੇ ਹਿਸਾਬ ਨਾਲ ਉਸ ਔਰਗਨਾਈਜੇਸ਼ਨ ਦੇ ਚਾਰਟ ਦੇ ਹਿਸਾਬ ਨਾਲ ਹੀ ਉਹ ਕੰਮ ਕਰਦੇ ਨੇ। ਠੀਕ ਹੈ, ਇਹ ਕਮਾਂਡ ਗਰੁੱਪ ਬਣ ਜਾਂਦਾ। ਕੋਈ ਵੀ ਚੀਜ਼ ਆਪਾਂ ਕਮਾਂਡ ਦਿੰਦੇ ਹਾਂ। ਦੂਸਰਾ ਆ ਜਾਂਦਾ ਟਾਸਕ ਗਰੁੱਪ। ਟਾਸਕ ਇੱਕ ਪਰਟੀਕੂਲਰ ਟਾਸਕ ਦੇ ਲਈ ਜਦੋਂ ਇੱਕ ਬਣਦਾ ਹੈ, ਇਹਨੂੰ ਟੈਂਪਰੇਰੀ ਨੇਚਰ ਗਰੁੱਪ ਹੁੰਦਾ, ਟੈਂਪਰੇਰੀ ਹੁੰਦਾ। ਇੱਕ ਪਰਟੀਕੂਲਰ ਟਾਸਕ ਦੇ ਲਈ ਆਪਾਂ ਬਣਾਉਂਦੇ ਹਾਂ। ਠੀਕ ਹੈ, ਜਦੋਂ ਉਹ ਟਾਸਕ ਕੰਪਲੀਟ ਹੋ ਜਾਂਦਾ ਅਤੇ ਉਹ ਗਰੁੱਪ ਵੀ ਟੁੱਟ ਜਾਂਦਾ। ਅਤੇ ਇਹ ਦੋ ਤਰ੍ਹਾਂ ਦੇ ਫੋਰਮਲ ਗਰੁੱਪ ਨੇ, ਕਮਾਂਡ ਗਰੁੱਪ ਅਤੇ ਟਾਸਕ ਗਰੁੱਪ। ਕਮਾਂਡ ਗਰੁੱਪ ਆਪਾਂ ਪਰਮਾਨੈਂਟ ਗਰੁੱਪ ਕਹਾਂਗੇ ਅਤੇ ਟਾਸਕ ਗਰੁੱਪ ਆਪਾਂ ਟੈਂਪਰੇਰੀ ਗਰੁੱਪ ਕਹਾਂਗੇ। ਦੂਸਰਾ ਆ ਜਾਂਦਾ ਇਨਫੋਰਮਲ ਗਰੁੱਪ। ਇਨਫੋਰਮਲ ਗਰੁੱਪ ਦੇ ਵਿੱਚ ਕੀ ਹੈ ਕਿ ਇਹ ਕਿਸੇ ਪਰਟੀਕੂਲਰ ਔਰਗਨਾਈਜੇਸ਼ਨ ਦੁਆਰਾ ਜਾਂ ਕੁਛ ਇਸ ਤਰੀਕੇ ਨਾਲ ਨਹੀਂ ਬਣਾਏ ਜਾਂਦੇ। ਇਹ ਕੁਛ ਹੁੰਦੇ ਕਿ ਆਪਦੇ ਇੰਟਰਸਟ ਦੇ ਅਕੋਰਡਿੰਗ, ਆਪਦੀ ਫਰੈਂਡਸ਼ਿਪ, ਆਪਦੇ ਡਿਜ਼ਾਇਰ ਦੇ ਅਕੋਰਡਿੰਗ ਜਾਂ ਰੀਕ੍ਰੀਏਸ਼ਨਲ ਐਕਟੀਵਿਟੀਜ਼ ਦੇ ਕਾਰਨ ਬਣਦੇ ਨੇ। ਇਹਨਾਂ ਨੂੰ ਆਪਾਂ ਇਨਫੋਰਮਲ ਗਰੁੱਪ ਬਣਾਉਂਦੇ ਹਾਂ ਕਿ ਇਨਫੋਰਮਲੀ ਕੋਈ ਲੋਕ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਲੈਂਦੇ ਨੇ ਕਿਸੇ ਪਰਟੀਕੂਲਰ ਇੰਟਰਸਟ ਦੇ ਰਿਗਾਰਡਿੰਗ। ਇਹਨਾਂ ਜੇ ਇਨਫੋਰਮਲ ਗਰੁੱਪਸ ਨੂੰ ਆਪਾਂ ਡਿਵਾਈਡ ਕਰੀਏ ਸਬ ਗਰੁੱਪਸ ਦੇ ਵਿੱਚ, ਤਾਂ ਇਹ ਦੋ ਤਰ੍ਹਾਂ ਦੇ ਗਰੁੱਪਸ ਦੇ ਵਿੱਚ ਡਿਵਾਈਡ ਹੋ ਜਾਂਦੇ ਨੇ, ਫਰੈਂਡਸ਼ਿਪ ਗਰੁੱਪ ਅਤੇ ਇੰਟਰਸਟ ਗਰੁੱਪ। ਫਰੈਂਡਸ਼ਿਪ ਗਰੁੱਪ ਨੂੰ ਆਪਾਂ ਕਹਾਂਗੇ ਜੋ ਫਰੈਂਡਸ ਪਰਮਾਨੈਂਟ ਨੇਚਰ ਹੁੰਦੇ ਨੇ। ਫਰੈਂਡਸ਼ਿਪ ਗਰੁੱਪ ਜਿਹੜੇ ਹੁੰਦੇ ਨੇ ਆਪਾਂ ਇਹਨਾਂ ਨੂੰ ਕੈਟਾਗਰਾਈਜ਼ ਪਰਮਾਨੈਂਟ ਅਤੇ ਟੈਂਪਰੇਰੀ ਦੇ ਵਿੱਚ ਵੀ ਕੈਟਾਗਰਾਈਜ਼ ਕਰਦੇ। ਜਿਵੇਂ ਆਪਾਂ ਪਹਿਲਾਂ ਇਨਫੋਰਮਲ ਗਰੁੱਪਸ ਨੂੰ ਕੀਤਾ ਸੀ ਕਮਾਂਡ ਅਤੇ ਟਾਸਕ ਗਰੁੱਪ, ਉਸੇ ਤਰ੍ਹਾਂ ਇਨਫੋਰਮਲ ਗਰੁੱਪ ਵੀ ਜੋ ਫਰੈਂਡਸ਼ਿਪ ਗਰੁੱਪ ਹੁੰਦਾ ਉਹ ਪਰਮਾਨੈਂਟ ਹੁੰਦਾ। ਇਹ ਫੋਰਮ ਕੀਤਾ ਜਾਂਦਾ ਕਿ ਜਿਹੜੇ ਆਪਦੇ ਕਲੋਜ਼ ਰਿਲੇਸ਼ਨਸ਼ਿਪ ਦੇ ਮੈਂਬਰ ਹੁੰਦੇ ਨੇ, ਆਪਦਾ ਮਤਲਬ ਖੁਸ਼ੀ ਨਾਲ ਟੂਗੈਦਰ ਇਕੱਠੇ ਰਹਿ ਕੇ ਅਤੇ ਕੋਈ ਗਰੁੱਪ ਫੋਰਮ ਕਰਦੇ ਨੇ, ਕੁਛ ਐਕਟੀਵਿਟੀਜ਼ ਕਰਦੇ ਨੇ, ਅਤੇ ਉਹ ਇੱਕ ਫਰੈਂਡਸ਼ਿਪ ਗਰੁੱਪ ਹੁੰਦਾ। ਦੂਸਰਾ ਇੰਟਰਸਟ ਗਰੁੱਪ ਇੱਕ ਪਰਟੀਕੂਲਰ ਟੈਂਪਰੇਰੀ ਨੇਚਰ ਹੁੰਦਾ। ਜਿਵੇਂ ਕਾਫੀ ਆਪਾਂ ਅਲੱਗ-ਅਲੱਗ ਪਰਸਨ ਦੇ ਇੰਟਰਸਟ ਹੁੰਦਾ। ਜਿਵੇਂ ਆਪਾਂ ਫੇਸਬੁੱਕ ਦੇ ਵਿੱਚ ਵੀ ਦੇਖਦੇ ਹਾਂ ਕਿ ਗਰੁੱਪਸ ਬਣਦੇ ਨੇ ਅਲੱਗ-ਅਲੱਗ ਤਰ੍ਹਾਂ ਦਾ। ਇੰਟਰਸਟ ਗਰੁੱਪ ਹੁੰਦੇ ਨੇ ਕਿ ਜੋ ਕਿਸੇ ਨੂੰ ਹਾਈਕਿੰਗ ਦਾ ਇੰਟਰਸਟ ਹੈ ਤਾਂ ਕਿ ਹਾਈਕਿੰਗ ਗਰੁੱਪ ਬਣ ਜਾਂਦਾ। ਜੋ ਵੀ ਪਰਸਨ ਹਾਈਕਿੰਗ ਦੇ ਇੰਟਰਸਟਡ ਹੁੰਦੇ ਨੇ ਉਹ ਉਸ ਤਰ੍ਹਾਂ ਦੇ ਤਰੀਕੇ ਨਾਲ ਉਸ ਗਰੁੱਪ ਦੇ ਵਿੱਚ ਐਡ ਹੁੰਦੇ ਜਾਂਦੇ ਨੇ, ਅਤੇ ਇਹ ਟੈਂਪਰੇਰੀ ਨੇਚਰ ਹੁੰਦਾ। ਇੱਕ ਇਹ ਪਰਟੀਕੂਲਰ ਇੰਟਰਸਟ ਔਰ ਐਕਟੀਵਿਟੀਜ਼ ਦੇ ਅਕੋਰਡਿੰਗ ਫੋਰਮ ਹੁੰਦਾ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਥੈਂਕ ਯੂ।